चलो चलो ਦੋਸਤੋ ਇਸ ਵਕਤ ਅਸੀਂ ਅੱਜ ਮੈਂ ਤੁਹਾਡੇ ਨਾਲ ਯੂਆਪਾ ਦੇ ਮਸਲੇ ਦੇ ਉੱਤੇ ਜਿਹੜਾ ਕਾਨੂੰਨ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਦੁਰਉਪਯੋਗ ਕਰ ਰਹੀ ਉਸੇ ਸਿਲਸਿਲੇ 'ਚ ਗੱਲ ਕਰ ਰਹੀ ਕਿਉਂਕਿ ਜਦੋਂ ਆਪਾਂ ਕਿਸੇ ਇਸ਼ੂ ਨੂੰ ਫੜਿਆ ਨਾ ਯਤਨ ਇਹ ਹੋਣਾ ਚਾਹੀਦਾ ਕਿ ਉਹ ਇਸ਼ੂ ਲੌਜੀਕਲ ਕਨਕਲੂਜਨ ਤੇ ਪਹੁੰਚੇ। ਅੱਜ ਵੀ ਅਸੀਂ ਇੱਕ ਲੋਕ ਕਚਹਿਰੀ ਲਾਉਣ ਚੱਲੇ ਹਾਂ, ਬਲਕਿ ਦੋ ਲੋਕ ਕਚਹਿਰੀਆਂ ਲਾਉਣ ਚੱਲੇ ਹਾਂ ਔਰ ਜ਼ਮੀਨ ਤੋਂ ਬਿਲਕੁਲ ਜੋ ਹਕੀਕਤ ਹੈ, ਜੋ ਆਮ ਜਨਤਾ ਇਹਨਾਂ ਗਰੀਬ ਗੁਰਬਿਆਂ ਦੇ ਹੱਕ ਵਿੱਚ ਗਵਾਹੀ ਦੇਣਗੇ ਜਿਨ੍ਹਾਂ ਨੂੰ ਫਸਾਇਆ ਗਿਆ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿਉਂਕਿ ਯੂਆਪਾ ਕੋਈ ਸਧਾਰਨ ਲਾਅ ਨਹੀਂਗਾ, ਇਹ ਟਾਡਾ ਦਾ ਤੇ ਪੋਟਾ ਦਾ ਮਿਕਸ ਕਰਕੇ ਇੱਕ ਬਹੁਤ ਵੱਡਾ ਕਾਲਾ ਕਾਨੂੰਨ ਬਣਾਇਆ ਵਾ। ਅਸਲ ਵਿੱਚ ਤਾਂ ਇਹ ਕਾਨੂੰਨ ਵਰਤਿਆ ਜਾਣਾ ਚਾਹੀਦਾ ਜਿਹੜੇ ਲੋਕ ਜੈਨੂਅਲੀ ਹਥਿਆਰਬੰਦ ਲੜਾਈ ਲੜਦੇ ਨੇ, ਜਿਹੜੇ ਲੋਕ ਵਾਇਲੈਂਟ ਮੀਨਸ ਅਡਾਪਟ ਕਰਦੇ ਨੇ, ਜਿਹੜੇ ਲੋਕ ਭੰਨਤੋੜ ਕਰਦੇ ਨੇ। ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਨੇ ਇਹ ਜਿਹੜਾ ਕਾਨੂੰਨ ਸੀਗਾ ਇਹ ਬਿਲਕੁਲ ਨਿਹੱਥੇ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਡਿਫੈਂਸਲੈਸ, ਜਿੱਦਾਂ ਮੈਂ ਆਪਣਾ ਬਚਾਅ ਹੀ ਨਾ ਕਰ ਸਕਾਂ, ਮੈਂ ਆਪਣਾ ਕੋਈ ਵਕੀਲ ਵੀ ਨਾ ਕਰ ਸਕਾਂ, ਇਹ ਬਿਲਕੁਲ ਡਿਫੈਂਸਲੈਸ ਲੋਕਾਂ ਤੇ ਲਾਉਣਾ ਸ਼ੁਰੂ ਕਰ ਦਿੱਤਾ। ਬਹਾਨਾ ਬਣਾਇਆ ਵਾ 2020 ਦਾ ਰੈਫਰੈਂਡਮ ਔਰ ਕਿ ਆਖੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਬਹੁਤ ਲਹਿਰ ਚੱਲ ਰਹੀ ਹੈ, ਉਸ ਨੂੰ ਰੋਕਣ ਵਾਸਤੇ ਆਪਾਂ ਸਾਰੇ ਹੁਣ ਪੰਜਾਬ ਦੇ ਵਿੱਚ ਹੀ ਰਹਿੰਦੇ ਨਾ। ਮੇਰੇ ਨਾਲ ਸਾਡੇ ਜਿਹੜੇ ਇਸ ਵੇਲੇ ਮੇਰਾ ਲਾਈਵ ਬਣਾ ਰਹੇ ਨੇ ਨਾ, ਉਹ ਜਗਦੇਵ ਸਿੰਘ ਕਮਾਲੂ MLA ਨੇ ਮੋੜ ਤੋਂ, ਅਸੀਂ ਸਾਰੇ ਚੱਲੇ ਉੱਥੇ ਅੱਜ। ਇਹ ਵੀ ਲੋਕ ਰੋਜ਼ ਲੋਕਾਂ 'ਚ ਵਿਚਰਦੇ ਆ। ਕੋਈ ਪੰਜਾਬ ਦੇ ਵਿੱਚ ਹਥਿਆਰਬੰਦ ਲੜਾਈ ਖਾਲਿਸਤਾਨ ਨੂੰ ਲੈ ਕੇ ਜਾਂ ਕੋਈ ਬਹੁਤ ਵੱਡੇ ਪੱਧਰ ਤੇ ਜ਼ਮੀਨ ਤੇ ਕੋਈ ਆਵਾਜ਼ ਕੁਛ ਨਹੀਂ ਗਾ ਨਾ। 2020 ਰੈਫਰੈਂਡਮ ਦਾ ਠੀਕ ਹੈ ਵਿਦੇਸ਼ਾਂ ਦੇ ਵਿੱਚ ਹੋਊਗਾ, SFJ ਜੋ ਕੁਝ ਕਰ ਰਹੀ ਹੈ ਉਹ ਕਰ ਰਹੇ, ਉਹ ਆਪਣੇ ਆਜ਼ਾਦ ਕੰਟਰੀ ਵਿੱਚ ਬੈਠੀ, ਹੁਣ ਉਹਨਾਂ ਨੂੰ ਅਸੀਂ ਕਿੱਦਾਂ ਰੋਕ ਸਕਦੇ ਹਾਂ। ਪੰਜਾਬ ਦੇ ਵਿੱਚ ਕੋਈ ਜ਼ਮੀਨ ਤੇ ਇਸ ਤਰ੍ਹਾਂ ਦੀ ਗੱਲ ਨਹੀਂ, ਪਰ ਪੰਜਾਬ ਦੀ ਪੁਲਿਸ ਨੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਯੂਆਪਾ ਨੂੰ ਤੜ ਲਾਉਣਾ ਸ਼ੁਰੂ ਕਰ ਦਿੱਤਾ। ਵੈਸੇ ਤਾਂ ਕੱਲ ਮੈਂ ਇੱਕ ਟੀਵੀ ਡਿਸਕਸ਼ਨ 'ਚ ਬੈਠਾ ਸੀਗਾ, ਮੇਰੇ ਨਾਲ ਜਸਪਾਲ ਸਿੰਘ ਮੰਝਪੁਰ ਜਿਹੜੇ ਆਪ ਯੂਆਪਾ ਦੇ ਸ਼ਿਕਾਰ ਨੇ, ਵਕੀਲ ਨੇ, ਹਿਊਮਨ ਰਾਈਟ ਐਕਟਿਵਿਸਟ ਨੇ, ਔਰ RS ਬੈਂਸ, ਤੁਸੀਂ ਸਾਰੇ ਜਾਣਦੇ ਹੋ ਕਿ ਜਸਟਿਸ ਅਜੀਤ ਸਿੰਘ ਬੈਂਸ ਦੇ ਹੋਣਹਾਰ ਸੁਪੁੱਤਰ ਨੇ, ਹਰ ਦਰੜੇ ਹੋਏ ਦਾ, ਲਤਾੜੇ ਹੋਏ ਲੋਕਾਂ ਦਾ ਕੇਸ ਲੜਦੇ ਨੇ, ਮੁਫਤ ਵੀ ਕੇਸ ਲੜਦੇ ਨੇ। ਉਹ ਵੀ ਮੇਰੇ ਨਾਲ ਡਿਸਕਸ਼ਨ ਸੀਗੇ ਤੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਬਰੀਫਲੀ ਸਾਂਝੀ ਕਰਦਾ ਕਿ ਜਿਹੜਾ ਇਹ ਯੂਆਪਾ ਵਾ ਇਹਦੇ 'ਚ ਕੀ ਤਰਮੀਮ ਕੀਤੀ ਆ, ਅਮੈਂਡਮੈਂਟ ਕੀਤੀ ਆ ਪਿਛਲੀ ਮੋਦੀ ਸਰਕਾਰ ਨੇ ਦਿੱਲੀੋਂ। ਪਹਿਲਾਂ ਹੁੰਦਾ ਸੀਗਾ ਕਿ ਕਿਸੇ ਸੰਗਠਨ ਨੂੰ ਤੁਸੀਂ ਟੈਰਰਿਸਟ ਡਿਕਲੇਅਰ ਕਰ ਸਕਦੇ ਹੋ, ਅੱਤਵਾਦੀ ਗਰਦਾਨ ਸਕਦੇ ਹੋ ਕਿ ਲੈਟਸ ਸੇ ਕੋਈ JKLFC ਜਿੱਦਾਂ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਜਾਂ ਪੰਜਾਬ ਦੇ ਵਿੱਚ ਜਿਹੜੀਆਂ ਜਥੇਬੰਦੀਆਂ। ਹੁਣ ਇਸ ਯੂਆਪਾ ਵਿੱਚ ਇਹ ਅਮੈਂਡਮੈਂਟ ਕਰਕੇ ਕਰਤਾ ਕਿ ਹੁਣ ਅਸੀਂ ਕਿਸੇ ਇੰਡੀਵਿਜੂਅਲ ਨੂੰ ਵੀ ਟੈਰਰਿਸਟ ਨੋਮੀਨੇਟ ਕਰ ਸਕਦੇ ਹਾਂ। ਜਦੋਂ ਕਿਸੇ ਇੰਡੀਵਿਜੂਅਲ ਨੂੰ ਤੁਸੀਂ ਟੈਰਰਿਸਟ ਹੀ ਨੋਮੀਨੇਟ ਕਰਤਾ, ਉਹਦੀ ਸੰਪत्ति ਕੁਰਕ ਕਰ ਸਕਦੇ ਆ। ਕੋਈ ਜ਼ਰੂਰੀ ਨਹੀਂ ਉਹਦੇ ਕੋਲੋਂ ਕੋਈ ਰਿਕਵਰੀ ਹੋਈ ਕਿ ਨਹੀਂ ਹੋਈ। 6 ਮਹੀਨਿਆਂ ਤੱਕ ਪੁਲਿਸ ਨੂੰ ਖੁੱਲ੍ਹ ਦਿੱਤੀ ਕਿ ਤੁਸੀਂ ਚਲਾਨ ਦੀ ਡੇਟ ਜਿਹੜੀ ਨਾਰਮਲ ਕੋਰਸ ਵਿੱਚ 2 ਮਹੀਨੇ ਆ, ਆਰਾਮ ਨਾਲ ਨਾਰਮਲ ਕੋਰਸ ਵਿੱਚ 2 ਮਹੀਨੇ ਆ ਤੇ ਇਸ ਯੂਆਪਾ ਦੇ ਵਿੱਚ 6 ਮਹੀਨੇ ਦਾ ਕਰ ਦਿੱਤਾ। ਔਰ ਇਹਦੀ ਜੇ FIR ਦਰਜ ਕਰਨੀ, ਨਾਰਮਲ ਕ੍ਰਿਮੀਨਲ ਕੇਸਿਸ ਵਿੱਚ ਕੀ ਹੁੰਦਾ ਕਿ ਜਿਹੜਾ ਆਦਮੀ ਇਫੈਕਟ ਹੁੰਦਾ ਉਹ ਕੰਪਲੇਂਟ ਕਰਦਾ ਕਿ ਜੀ ਪਰਚਾ ਦਰਜ ਕੀਤਾ ਜਾਵੇ, ਸੱਟਾਂ ਮਾਰੀਆਂ ਜਾਂ ਹਮਲਾ ਕੀਤਾ। ਜਾਂ ਯੂਆਪਾ ਵਿੱਚ ਪੁਲਿਸ ਆਫਸਰਸ ਐਂਟਾਈਟਲਡ ਨੇ ਸਿਰਫ ਖੁਫੀਆ ਰਿਪੋਰਟ ਦਾ ਵੇਰਵਾ ਦੇਣਾ ਕਿ ਜਿੱਦਾਂ ਭੁਲੱਥ ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ, ਜੋਗਿੰਦਰ ਸਿੰਘ ਗੁੱਜਰ, ਉਹ 65 ਸਾਲ ਦੇ ਬਜ਼ੁਰਗ ਨੇ, ਹਾਰਟ ਪੇਸ਼ੈਂਟ ਨੇ, ਸਟੈਂਟ ਪਏ ਹੋਏ ਨੇ, ਕੋਈ ਕ੍ਰਿਮੀਨਲ ਰਿਕਾਰਡ ਨਹੀਂਗਾ। DSP ਭੁਲੱਥ ਨੇ ਇੱਕ ਰਿਪੋਰਟ ਬਣਾਈ ਕਿ ਮੈਨੂੰ ਸੋਰਸਸ ਤੋਂ ਪਤਾ ਲੱਗਿਆ ਕਿ ਜੋਗਿੰਦਰ ਸਿੰਘ ਗੁੱਜਰ ਜਿਹੜਾ ਕਿ ਲਬਾਣਾ ਭਾਈਚਾਰੇ ਨਾਲ ਤੁਲਕ ਰੱਖਦੇ ਨੇ ਕਿ ਜੀ ਇਹ ਹਿੰਦੁਸਤਾਨ ਦੇ ਖਿਲਾਫ ਨੂੰ ਭੰਨ ਤੋੜਨ ਦੀ ਸਾਜ਼ਿਸ਼ ਬਣਾ ਰਹੇ ਨੇ, ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਬਣਾ ਰਹੇ ਨੇ ਔਰ ਇਹਨੇ ਫਲਾਣੇ ਆਦਮੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਤੇ ਇਸ ਦੇ ਉੱਤੇ ਅਸੀਂ ਯੂਆਪਾ ਕਾਨੂੰਨ ਲਾ ਰਹੇ ਨੇ, ਉਹਨੂੰ ਗ੍ਰਿਫਤਾਰ ਕਰ ਲਿਆ। ਇੰਨੀ ਵੱਡੀ ਛੋਟ ਹੈ ਪੁਲਿਸ ਨੂੰ ਕੋਈ। ਔਰ ਜਿਹੜੇ ਜੱਜਸ ਨੇ, ਜਿਹੜੀ ਜੁਡੀਸ਼ਰੀ ਆ, ਉਹ ਤਾਂ ਪਹਿਲਾਂ ਹੀ ਬਹੁਤ ਸਹਿਮੇ ਹੋਏ ਨੇ। ਉਹਦਾ ਨਾਰਮਲ ਕੋਰਸ ਵਿੱਚ ਕਿਸੇ ਨੂੰ ਜ਼ਮਾਨਤ ਨਹੀਂ ਦਿੰਦੇ, ਯੂਆਪਾ ਵਿੱਚ ਤਾਂ ਕਈ ਸਾਲ ਜ਼ਮਾਨਤ ਨਹੀਂ ਹੁੰਦੀ। ਔਰ ਕੱਲ ਦੇ ਡਿਬੇਟ ਵਿੱਚ ਜਿਹੜਾ ਐਡਵੋਕੇਟਸ ਨੇ ਗੱਲ ਅੱਛੀ ਬਹੁਤ ਕਹੀ, ਕਿਉਂਕਿ ਯੂਆਪਾ ਪੁਰਾਣਾ ਤੁਰਿਆ ਹੁੰਦਾ ਵਾ। ਅਕਾਲੀ ਦਲ BJP ਦੇ ਰਾਜ ਵਿੱਚ 47 ਯੂਆਪਾ ਦੇ ਕੇਸਿਸ ਦਰਜ ਕੀਤੇ ਸੀਗੇ ਇਹਨਾਂ ਨੇ ਪਿਛਲੇ 10 ਸਾਲਾਂ 'ਚ। ਕੈਪਟਨ ਸਾਹਿਬ ਨੇ ਉਹਨਾਂ ਦਾ ਰਿਕਾਰਡ ਤੋੜ ਕੇ 3 ਸਾਲਾਂ 'ਚ 47 ਮੁਕੱਦਮੇ ਦਰਜ ਕਰਤੇ, 16 ਤਾਂ ਹੁਣੇ ਹੋਏ ਤਾਜ਼ੇ।
ਤਾਂ ਮੈਨੂੰ ਜਸਪਾਲ ਸਿੰਘ ਮੰਝਪੁਰ ਤੇ ਆਰਐਸ ਬੈਂਸ ਐਡਵੋਕੇਟ ਨੇ ਉੱਥੇ ਡਿਬੇਟ 'ਚ ਦੱਸਿਆ ਕਿ ਗੱਲਾਂ ਸਾਰੀਆਂ ਮੈਨੂੰ ਵੀ ਨਹੀਂ ਪਤਾ ਹੁੰਦੀਆਂ ਕਿ ਇਹਦੇ 'ਚ ਕਨਵਿਕਸ਼ਨ ਰੇਟ ਨਿਲ ਆ। 99% ਲੋਕ ਬੇਗੁਨਾਹ ਹੁੰਦੇ ਨੇ, ਬਚ ਜਾਂਦੇ ਕਿ ਉਹ ਹੈ ਹੀ ਬੇਗੁਨਾਹ ਨੇ, ਸਿਰਫ ਇੱਕ ਪੈਸੇ ਨੂੰ ਸਜ਼ਾ ਹੁੰਦੀ ਆ। ਪਰ ਉਹ ਜਿਹੜੇ 99% ਉਹ ਜੇਲ੍ਹਾਂ 'ਚ ਸੜ ਜਾਂਦੇ ਨੇ, 8 ਸਾਲ 10 ਸਾਲ 7 ਸਾਲ 6 ਸਾਲ। ਉਹ ਬੰਦੇ ਦੀ ਜ਼ਿੰਦਗੀ ਤਾਂ ਤਬਾਹ ਹੋ ਗਈ ਨਾ। ਜਿਹੜਾ ਆਦਮੀ ਯੂਆਪਾ ਵਰਗੇ ਕਾਨੂੰਨ ਵਿੱਚ ਇੱਕ ਵਾਰ 8 ਸਾਲ ਜਾਂ 5 ਸਾਲ ਵੀ ਜੇਲ੍ਹ ਕੱਟ ਗਿਆ, ਉਹਦੀ ਤਾਂ ਲਾਈਫ ਖਤਮ ਹੋ ਗਈ ਨਾ। ਇਸ ਲਈ ਇਹ ਜਿਹੜਾ ਕੇਸ ਆ, ਇਹ ਜਿਹੜਾ ਲਾਅ ਹੈਗਾ, ਇਹਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਧਿਆਨ ਨਾਲ ਆਪ ਘੋਖ ਕਰਨੀ ਚਾਹੀਦੀ। ਆਪ ਪਰਸਨਲ ਇੰਟਰਸਟ ਦੇਖੋ, ਕਿੱਦਾਂ ਦੇ ਬੰਦਿਆਂ ਨੂੰ ਲਾਇਆ ਵਾ ਜਿਨ੍ਹਾਂ ਨੂੰ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਬੰਦੇ ਕਹਿ ਰਹੇ ਨੇ। ਇਹ ਮੁੰਡਾ ਅਚਾਨਕ ਪਿੰਡ ਦਾ ਰਹਿਣ ਵਾਲਾ, ਇਹਦਾ ਨਾਮ ਹੈਗਾ ਅੰਮ੍ਰਿਤਪਾਲ। ਇਹ ਦਲਿਤ ਆ ਔਰ ਇਹ ਡੇਲੀ ਵੇਜਰ ਬਹੁਤ ਦਿਹਾੜੀਆਂ ਕਮਾ ਕੇ ਕਰਨ ਵਾਲਾ ਪਰਿਵਾਰ। ਇਹਨੂੰ ਯੂਆਪਾ ਵਿੱਚ ਅਰੈਸਟ ਕਰਕੇ ਤੇ ਸ਼ਾਇਦ ਬਰਨਾਲੇ ਜੇਲ੍ਹ ਵਿੱਚ ਰੱਖਿਆ। ਇੱਕ ਆ ਹੈ ਜੀ ਵਿਅਕਤੀ, ਮੁੰਡਾ ਨੌਜਵਾਨ ਲਵਪ੍ਰੀਤ ਸਿੰਘ। ਆ ਤੁਹਾਨੂੰ ਲੱਗਦਾ ਵਾ ਕਿੱਡਾ ਕੁ ਬਹਾਦਰ ਤੇ ਕਿੱਡਾ ਕੁ ਖੂਨਖਾਰ ਤੇ ਕਿੱਡਾ ਕੁ ਜਾਂਬਾਜ਼ ਲੱਗਦਾ ਇਹ ਲਵਪ੍ਰੀਤ ਏਲੀਅਸ ਰਾਜਕੁਮਾਰ। ਇਹ ਵੀ ਦਲਿਤ ਹੈ। ਇਹਦਾ ਪਿੰਡ ਹੈਗਾ ਵਾ ਸ਼ਾਦੀਪੁਰ, ਜ਼ਿਲ੍ਹਾ ਕੈਥਲ, ਹਰਿਆਣੇ। ਇਹਨਾਂ ਦੇ ਘਰ ਅਸੀਂ ਜਾ ਚੁੱਕੇ, ਲੋਕ ਕਚਹਿਰੀ ਲਾਏ। ਇਹਦੇ ਤੇ 2 ਯੂਆਪਾ ਲਾਏ ਨੇ, ਇੱਕ ਦਿੱਲੀ ਲਾਤਾ ਦਿੱਲੀ ਪੁਲਿਸ ਨੇ। ਉੱਥੇ ਦਿੱਲੀ ਕੀ ਕਰਨ ਗਿਆ ਸੀਗਾ? ਲੋਕਡਾਊਨ ਦੇ ਵਿੱਚ ਜਿਹੜਾ ਸ਼ਾਹੀਨ ਬਾਗ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਖਿਲਾਫ ਮੋਰਚਾ ਲੱਗਿਆ ਸੀ, ਇਹ ਉੱਥੇ ਲੰਗਰ ਵਰਤਾਉਂਦਾ ਸੀ। ਉੱਥੇ ਵੀ ਯੂਆਪਾ। ਤੇ ਪੰਜਾਬ ਦੇ ਵਿੱਚ ਪੁਲਿਸ ਸਟੇਸ਼ਨ ਸਮਾਣਾ ਸਦਰ, ਪਟਿਆਲਾ ਜ਼ਿਲ੍ਹਾ, ਉੱਥੇ ਵੀ ਯੂਆਪਾ। ਇੱਕ ਆਦਮੀ ਨੂੰ 2 ਮਲਟੀਪਲ ਕੇਸਿਸ ਵਿੱਚ ਫਸਾ ਲਿਆ। ਆ ਲੋ ਜੀ, ਇੱਕ ਆਹ ਜੋਗਿੰਦਰ ਸਿੰਘ ਗੁੱਜਰ। ਆਹ ਫੋਟੋ ਜਿਹੜੀ ਆ, ਇਹ ਯੂਆਪਾ ਦਾ ਜਿਹੜਾ ਮੁਕੱਦਮਾ ਬਣਾਇਆ ਸੈਂਟਰ ਵਿੱਚ ਨੇ ਜੋਗਿੰਦਰ ਸਿੰਘ ਗੁੱਜਰ। ਇਹ ਬੇਸਿਕਲੀ ਮੈਂ ਫਿਰ ਰਿਪੀਟ ਕਰ ਦਿੰਦਾ, 65 ਸਾਲ ਦੇ ਬਜ਼ੁਰਗ ਨੇ। ਇਹਦੇ ਤੇ 3 ਸਟੈਂਟ ਪਏ ਹੋਏ ਨੇ, ਹਾਰਟ ਪੇਸ਼ੈਂਟ ਹੈ। ਕੋਈ ਕ੍ਰਿਮੀਨਲ ਰਿਕਾਰਡ ਨਹੀਂ ਭੁਲੱਥ ਪੁਲਿਸ ਸਟੇਸ਼ਨ ਦੇ ਵਿੱਚ। ਅਕਾਲਾ ਇਹਨਾਂ ਦਾ ਪਿੰਡ ਆ। ਔਰ ਇਹਦੇ ਤੇ ਆ ਇੱਕ ਫੋਟੋ ਵੀ ਆਧਾਰ ਬਣਾਇਆ ਵਾ। ਆ ਕੋਈ ਇੱਥੇ ਆ ਜਿਹੜੇ ਸਰੂਪਾ ਜਿਹਨੂੰ ਦੇ ਰਹੇ, ਇਹ ਕੋਈ SFJ ਦੇ ਮਿਸਟਰ ਅਵਤਾਰ ਸਿੰਘ ਪੰਨੂ ਨੇ, ਜਿਨ੍ਹਾਂ ਨੂੰ ਇਟਲੀ ਦੇ ਗੁਰਦੁਆਰੇ ਵਿੱਚ ਸਰੂਪਾ ਦਿੱਤਾ ਨੇ। ਹੁਣ ਇਟਲੀ ਦੇ ਗੁਰਦੁਆਰੇ ਵਿੱਚ ਸਰੂਪਾ ਦੇਣਾ ਵੀ ਯੂਆਪਾ ਕਾਨੂੰਨ ਲਾਗੂ ਕਰਨ ਦਾ ਇੱਕ ਉਹਨਾਂ ਨੇ ਬਣਾ ਲਿਆ। ਔਰ ਇਹ ਜਿਹੜੀਆਂ FIR ਜਿਹੜੀ ਜਦੋਂ ਮੈਂ ਜੋਗਿੰਦਰ ਸਿੰਘ ਗੁੱਜਰ ਤੋਂ ਅੱਗੇ ਤੁਰਿਆ ਤੇ FIR ਨੰਬਰ 144 ਹੈ, ਜਿਹਦੇ 'ਚ ਸਾਰੇ ਨੌਜਵਾਨ ਬੱਚੇ ਉਲਝਾਏ ਹੋਏ ਨੇ। ਸਦਰ ਥਾਣਾ ਪੁਲਿਸ ਸਮਾਣਾ। ਇਹਨਾਂ ਸਾਰੇ ਨੌਜਵਾਨਾਂ ਨੂੰ ਜਦੋਂ ਹੁਣ ਮੈਂ ਜਿਹੜੀਆਂ 2 ਲੋਕ ਕਚਹਿਰੀਆਂ ਚੱਲਿਆ ਉੱਥੇ, ਉਹ ਜ਼ਰੂਰ ਦੇਖਣਾ ਤੁਸੀਂ। ਮੈਨੂੰ ਹੁੰਦਾ ਤੁਹਾਡੇ ਲਈ ਟਾਈਮ ਸਪੇਅਰ ਕਰਨਾ, ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਕਿ ਬੱਚਿਆਂ ਨੂੰ ਘਰੋਂ ਲੈ ਕੇ ਜਾਂਦੇ ਨੇ। ਪਿੰਡ ਵਾਲਿਆਂ ਦੀ ਹਾਜ਼ਰੀ 'ਚ ਸਰਪੰਚ ਹਾਕਮ ਸਿੰਘ ਨੇ ਗਵਾਹੀ ਦਿੱਤੀ, ਪਿੰਡ ਸੇਰਾ ਵਾਲੇ ਨੇ, ਕਿ ਸਾਡੇ ਪੰਚਾਂ ਸਾਡਿਆਂ ਦੀ ਹਾਜ਼ਰੀ ਵਿੱਚ ਨੂੰ ਇੱਕ ਉਹ ਵੀ ਦਲਿਤ ਸੀ, ਉਸ ਨੂੰ ਲੈ ਕੇ ਗਈ ਪਟਿਆਲਾ ਦੀ ਪੁਲਿਸ। ਅਸੀਂ ਥੋੜੀ ਬਹੁਤੀ ਪੁੱਛਗਿੱਛ ਕਰਨੀ ਛੱਡ ਦਿਆਂਗੇ। ਤੇ ਮੁੜ ਕੇ ਜਾ ਕੇ 2 ਦਿਨਾਂ ਬਾਅਦ ਇੱਕ ਨਾਕੇ ਤੇ ਉਹਦੀ ਗ੍ਰਿਫਤਾਰੀ ਦਿਖਾਤੀ। ਸਮਾਣਾ ਭਵਾਨੀਗੜ੍ਹ ਰੋਡ ਦੇ ਉੱਤੇ ਗਾਜੇਵਾਸ ਪਿੰਡ ਆ। 2 ਦਿਨ ਬਾਅਦ 28 ਜੂਨ ਨੂੰ ਉਹਦੀ ਗ੍ਰਿਫਤਾਰੀ ਦਿਖਾਤੀ ਕਿ ਇਹਦੇ ਕੋਲ 1 ਪਿਸਤੌਲ ਤੇ 7 ਕਾਰਤੂਸ। ਇਹ ਜਿਹੜੇ ਨੌਜਵਾਨ ਨੇ ਆਪ ਨੂੰ ਇੰਨੇ ਲਾਚਾਰ, ਇੰਨੇ ਗਰੀਬ ਨੇ, ਇਹ ਡਿਫੈਂਡ ਵੀ ਨਹੀਂ ਕਰ ਸਕਦੇ। ਔਰ ਇਸੇ FIR ਨੰਬਰ 144 ਪੁਲਿਸ ਸਟੇਸ਼ਨ ਸਦਰ ਸਮਾਣਾ ਪਟਿਆਲਾ ਜ਼ਿਲ੍ਹਾ, ਇਹਦੇ 'ਚ ਇੱਕ ਹੋਰ ਮੁੰਡਾ ਇੰਪਲੀਕੇਟ ਕੀਤਾ ਸੀਗਾ। ਉਹਦੀ ਫੋਟੋ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਆ ਚੁੱਕੀ ਆ। 18 ਸਾਲ ਦਾ ਉਹ ਵੀ ਬੱਚਾ, ਉਹਦਾ ਨਾਮ ਸੀ ਜਸਪ੍ਰੀਤ ਪੁੱਤਰ ਪਲਵਿੰਦਰ ਸਿੰਘ, ਪਿੰਡ ਬੋੜੇਵਾਲ ਅਫਗਾਨਾ। ਉਹਨੂੰ ਪੁਲਿਸ ਨੇ ਛੱਡ ਦਿੱਤਾ। ਔਰ ਕੀ ਕਹਿ ਕੇ ਛੱਡਿਆ? ਕਿ ਲੈਕ ਆਫ ਐਵੀਡੈਂਸ। ਪਹਿਲਾਂ ਉਹਨੂੰ ਪੁਲਿਸ ਨੇ ਚੱਕਿਆ, ਉਹ 3rd ਡਿਗਰੀ ਟੌਰਚਰ ਕੀਤਾ। ਉਹਦੀ ਛੋਟੀ ਜਿਹੀ ਵੀਡੀਓ ਕਲਿੱਪ ਆਲਰੇਡੀ ਮੇਰੇ ਇਸੇ ਪੇਜ ਦੇ ਉੱਤੇ ਸ਼ੇਅਰ ਕੀਤੀ ਹੋਈ ਹੈ। ਉਹਨੂੰ ਛੱਡ ਦਿੱਤਾ। ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਆਪਾਂ ਕੰਮ ਕਰ ਰਹੇ ਨਾ, ਜਿਹੜਾ ਕੈਂਪੇਨ ਸਟਾਰਟ ਕੀਤਾ ਵਾ, ਉਹਦਾ ਇਫੈਕਟ ਹੋ ਰਿਹਾ ਵਾ। ਔਰ ਪਹਿਲਾਂ ਤਾਂ ਮੀਡੀਆ ਇਸ ਤੋਂ ਡਰਦਾ ਸੀਗਾ ਕਿ ਯੂਆਪਾ ਪਤਾ ਨਹੀਂ ਕਿੱਡਾ ਕਾਨੂੰਨ ਹੈ। ਜਿਹੜੀਆਂ ਅੰਗਰੇਜ਼ੀ ਦੀਆਂ ਅਖਬਾਰਾਂ, ਉਹਨਾਂ ਦੇ ਉੱਤੇ ਸਰਕਾਰਾਂ ਦਾ ਪ੍ਰਭਾਵ ਆ। ਵੈਸੇ ਤਾਂ ਪ੍ਰਿੰਟ ਮੀਡੀਆ ਦੇ ਉੱਤੇ ਬਹੁਤ ਪ੍ਰਭਾਵ ਹੈ, ਕਿਉਂਕਿ ਇਸ਼ਤਿਹਾਰ ਲੈਣੇ ਹੁੰਦੇ ਨੇ। DGP ਉਹਨਾਂ ਦਾ ਮਤਲਬ ਬਹੁਤ ਵੱਡਾ, ਉਹਨਾਂ ਵਾਸਤੇ ਬਹੁਤ ਵੱਡਾ ਇੱਕ ਆਕਾ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਸਿਰਾ ਹੀ ਆ। ਉਹ ਡਰਦੇ ਇਸ ਅਖਬਾਰਾਂ ਦੇ ਵਿੱਚ ਸਾਡੀਆਂ ਖਬਰਾਂ ਨਹੀਂ ਲਾ ਰਹੇ ਸੀਗੇ। ਪਰ ਹੁਣ ਥੋੜਾ ਉਹ ਪੈਰ ਰੱਖਣ ਲੱਗ ਗਏ ਨੇ, ਲਾਉਣ ਲੱਗ ਗਏ ਨੇ। ਇਲੈਕਟ੍ਰੋਨਿਕ ਮੀਡੀਆ ਨੇ ਕੱਲ ਬਹਿਸ ਕਰਾਈ ਪਹਿਲੀ ਵਾਰੀ। ਨਿਊਜ਼ 18 ਚੈਨਲ ਨੇ, ਤੁਸੀਂ ਦੇਖੋਗੇ ਫੇਸਬੁੱਕ ਤੇ ਲਾਈਵ ਕੀਤੀ, ਸ਼ਾਇਦ 1 ਲੱਖ ਤੋਂ ਉੱਤੇ ਜ਼ਿਆਦਾ ਲੋਕਾਂ ਨੇ ਉਸ ਨੂੰ ਵਿਊਜ਼ ਆ ਚੁੱਕੀਆਂ ਨੇ। ਹੁਣ ਇਲੈਕਟ੍ਰੋਨਿਕ ਮੀਡੀਆ ਵੀ ਇਸ ਮਸਲੇ ਨੂੰ, ਕਿਉਂਕਿ ਬੇਸਿਕਲੀ ਇਟ ਇਜ਼ ਮਿਸਯੂਜ਼ ਆਫ
ਇਹ ਡ੍ਰੈਕੋਨੀਅਨ ਲਾਅ, ਕਾਲੇ ਕਾਨੂੰਨ ਦਾ ਦੁਰਉਪਯੋਗ। ਟਾਡਾ ਪੋਟਾ ਤਾਂ ਉਦੋਂ ਲੱਗਦੇ ਸੀ ਜਦੋਂ ਹਥਿਆਰਬੰਦ ਲੜਾਈ ਚੱਲਦੀ ਹੈ, ਚਾਹੇ ਕਸ਼ਮੀਰ ਵਿੱਚ ਆ ਜਾਂ ਜਦੋਂ ਪੰਜਾਬ ਦੇ ਵਿੱਚ ਸੀਗੀ। ਹੁਣ ਕੁਛ ਨਹੀਂ ਗਾ। ਔਰ ਇੱਕ ਗੱਲ ਮੈਂ ਹੋਰ ਰੱਖਣਾ ਚਾਹੁੰਦਾ ਪੱਖ, ਜਦੋਂ ਅਸੀਂ ਸਾਰੇ ਜਾਣਦੇ ਨਾ, ਮੇਰੇ ਨਾਲ ਡਾਕਟਰ ਗਾਂਧੀ ਵੀ ਗਏ ਨੇ, ਜਗਦੇਵ ਸਿੰਘ ਕਮਾਲੂ ਵੀ ਗਏ ਨੇ ਪਿੰਡਾਂ 'ਚ, ਪਿਰਮਲ ਸਿੰਘ ਖਾਲਸਾ MLA ਭਦੌੜ ਵੀ ਗਏ ਨੇ, ਤੇ ਸਾਨੂੰ ਕੁਛ ਜਿਹੜੇ ਕੀ ਕਹਿੰਦੇ ਹੁੰਦੇ ਆ, ਪੈਰੋਕੀਅਲ ਸੋਚ ਕਹਿੰਦੇ ਨੇ, ਜਿਹੜੀ ਛੋਟੀ ਸੋਚ ਦੇ ਲੋਕ ਨੇ, ਅਖੇ ਜੀ ਖਹਿਰਾ ਸਾਹਿਬ ਦੇ ਸਾਰੇ ਬੰਦੇ ਤਾਂ ਹੁਣ ਖਾੜਕੂਆਂ ਦੀ ਤੇ ਖਾਲਿਸਤਾਨੀਆਂ ਦੀ ਸਪੋਰਟ ਕਰਦੇ। ਬਿਲਕੁਲ ਨਹੀਂ, ਗੱਲ ਗਲਤ ਗੱਲ। ਅਸੀਂ ਇੱਕ ਵਾਰ ਵੀ ਨਹੀਂ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦੇ ਐਂਟੀ ਨੈਸ਼ਨਲ ਏਜੰਡੇ ਦੀ ਸਪੋਰਟ ਕਰਦੇ, ਪਰ ਕੀ ਬੇਗੁਨਾਹ ਲੋਕਾਂ ਦੀ ਮਦਦ ਕਰਨਾ ਗੁਨਾਹ ਵਾ? ਬੱਚਿਆਂ ਨੂੰ 18 ਸਾਲ ਦੇ 19 ਸਾਲ ਦੇ ਸਿੱਖ ਨੌਜਵਾਨਾਂ ਨੂੰ ਬਚਾਉਣਾ, ਉਪਰਾਲਾ ਕਰਨਾ ਗੁਨਾਹ ਵਾ? ਅਗਰ ਤਾਂ ਇਹ ਗੁਨਾਹ ਵਾ ਤੇ ਫਿਰ ਗੁਨਾਹਗਾਰ ਤਾਂ ਅਸੀਂ ਹੈਗੇ ਆ। ਔਰ ਇਹਦੇ ਮੁਕਾਬਲੇ ਤੇ ਜਦੋਂ ਕੱਟੜਵਾਦੀ ਜਿਹੜੀ ਜਮਾਤਾਂ ਨੇ, ਚਾਹੇ ਉਹ BJP ਦੇ ਲੀਡਰ ਨੇ, ਚਾਹੇ ਉਹ ਵਿਸ਼ਵ ਹਿੰਦੂ ਪਰਿਸ਼ਦ ਦੇ ਲੀਡਰ ਨੇ, ਚਾਹੇ ਉਹ RSS ਦੇ ਲੀਡਰਸ ਨੇ, ਜਦੋਂ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਬੜਾ ਖੁੱਲ ਕੇ ਡੁੱਲ ਕੇ ਆਰਾਮ ਨਾਲ, ਉਹਨਾਂ ਦੇ ਤਾਂ ਕਦੀ ਜੋ ਆਪਾਂ ਨਹੀਂ ਲੱਗਿਆ। ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂਗਾ ਕਿ ਕੱਟੜਵਾਦੀ ਜਾਂ ਤੁਸੀਂ ਦੇਸ਼ ਦੇ ਏਕਤਾ ਤੇ ਅਖੰਡਤਾ ਨੂੰ ਤੋੜਦੇ ਨੇ। ਸਾਨੂੰ ਬੜੀ ਛੇਤੀ ਕੀਤਾ ਜਾਂਦਾ। ਮੈਂ ਇੱਕ ਵਾਹਿਗੁਰੂ ਦੀ ਕਿਰਪਾ ਨਾਲ ਪੜ੍ਹਿਆ ਲਿਖਿਆ ਇਨਸਾਨ ਆ। ਮੈਂ ਆਪਣੇ ਹਲਕੇ ਭਲੱਥ ਦੇ ਵਿੱਚ ਹਰ ਵਰਗ ਦੇ ਲੋਕਾਂ ਦੀ ਸਪੋਰਟ, ਲੋਕ ਗਵਾਹੀ ਦੇਣਗੇ। ਮੈਨੂੰ ਹਲੇ ਵੀ ਯਾਦ ਆ, ਇੱਕ ਬਾਜੀਗਰ ਭਾਈਚਾਰੇ ਚੋਂ ਗਰੀਬ ਬਿਜਲੀ ਨੰਗਲ ਪਿੰਡ ਹੈ, ਜਾ ਕੇ ਚੈੱਕ ਕਰ ਲਿਓ, ਪੁਲਿਸ ਸਟੇਸ਼ਨ ਢਿਲਵਾਂ 'ਚ। ਉੱਥੇ ਕੁਝ ਲੋਕਾਂ ਨੇ ਉਹਨਾਂ ਦੇ ਵਿਆਹ ਦੇ ਵਿੱਚ ਜਾ ਕੇ ਭੰਨਤੋੜ ਕੀਤੀ, ਬੇਇੱਜ਼ਤੀ ਕੀਤੀ, ਮਾਰਕੁੱਟ ਕੀਤੀ। ਮੈਂ ਉਹਨਾਂ ਦਾ ਕੇਸ SC ਕਮਿਸ਼ਨ ਗਵਰਨਮੈਂਟ ਆਫ ਇੰਡੀਆ, ਮੈਨੂੰ ਯਾਦ ਆ ਬੂਟਾ ਸਿੰਘ ਫਾਰਮਰ ਮਿਨਿਸਟਰ ਉਸ ਵੇਲੇ ਦੇ ਚੇਅਰਮੈਨ ਸੀਗੇ, ਮੈਂ ਉਹਨਾਂ ਤੱਕ ਲੈ ਕੇ ਗਿਆ ਦਿੱਲੀ। ਜਿੱਦਣ ਮੈਨੂੰ ਆਪੋਜੀਸ਼ਨ ਤੋਂ ਲਾਇਆ ਕੇਜਰੀਵਾਲ ਸਾਹਿਬ ਨੇ, ਉਦੋਂ ਮੈਂ ਲੁਧਿਆਣੇ, ਮੇਰਾ ਖਿਆਲ ਮੈਨੂੰ ਡੇਟ ਵੀ ਚੇਤੇ ਆ, 26 ਜੁਲਾਈ 2018, ਮੈਂ ਲੁਧਿਆਣੇ ਇੱਕ RSS ਦੇ ਲੀਡਰ ਦਾ ਕਤਲ ਕੀਤਾ ਸੀ, ਮਰਡਰ ਹੋਇਆ ਸੀ ਲੁਧਿਆਣੇ ਸ਼ਹਿਰ ਦੇ ਵਿੱਚ। ਮੈਂ ਤੇ ਸਿਮਰਜੀਤ ਸਿੰਘ ਬੈਂਸ ਅਸੀਂ ਸਾਰੇ ਇਕੱਠੇ ਉਹਦੇ ਘਰੋਂ ਜਦੋਂ ਮੈਂ ਨਿਕਲਿਆ, ਤੇ ਜਦੋਂ ਮੈਂ ਲੁਧਿਆਣਾ ਸ਼ਹਿਰ ਬਾਹਰ ਹੀ ਆਇਆ ਤਾਂ ਉੱਥੇ ਪਤਾ ਲੱਗਿਆ ਕਿ ਕੇਜਰੀਵਾਲ ਸਾਹਿਬ ਨੇ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਲਾਤਾ। ਮੈਂ ਤਾਂ ਹਿੰਦੂਆਂ ਦੇ ਵੀ ਜਾਂਦਾ ਸੀ, ਇਹਦਾ ਮਤਲਬ ਮੈਂ ਹਿੰਦੂਵਾਦੀ ਹੋ ਗਿਆ? ਜੇ ਮੈਂ ਕਿਸੇ ਦਲਿਤ ਦੀ ਮਦਦ ਕਰਦਾ ਮਤਲਬ ਮੈਂ ਦਲਿਤਵਾਦੀ ਹੋ ਗਿਆ? ਇਸ ਤਰ੍ਹਾਂ ਦੀ ਆਰਗੂਮੈਂਟ ਨਾ ਬਿਲਡ ਕਰੋ ਪਲੀਜ਼, ਫॉर ਗॉड ਸੇਕ। ਅਰਵਿੰਦਰ ਮਦਦ ਕਰਨ ਗਿਆ ਸੀਗਾ, ਜਿਹੜਾ ਕਬੱਡੀ ਦਾ ਇੱਕ ਨੌਜਵਾਨ ਮਾਰਿਆ ਗਿਆ। ਅਸੀਂ ਤਾਂ ਸਾਰੇ ਰਲ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਵੀ ਕਰਦੇ ਆ ਜਦੋਜਹਿਦ, ਅੱਜ ਵੀ ਕਰਾਂਗੇ, ਗਾਂ ਵੀ ਕਰਾਂਗੇ। ਤਾਂ ਫਿਰ ਅਸੀਂ ਹੋ ਗਏ ਕੱਟੜਵਾਦੀ ਹੋ ਗਏ? ਨਾਲੇ ਪੰਜਾਬ ਦੇ ਵਿੱਚ ਜਿੱਥੇ ਅਸੀਂ ਜੰਮੇ ਆ, ਜਿਸ ਧਰਤੀ 'ਚੋਂ ਅਸੀਂ ਪੈਦਾ ਹੋਏ, ਉਸ ਧਰਤੀ ਦੇ ਹਕੂਕ ਦੀ ਗੱਲ ਕਰਨਾ ਗੁਨਾਹ ਵਾ? ਉਹ ਕੋਈ ਵੱਖਵਾਦੀ ਏਜੰਡਾ ਵਾ? ਤੇ ਸਾਨੂੰ ਕਿੰਨੀ ਦੇਰ ਹੋਰ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣਾ ਪਵੇਗਾ ਇਸ ਦੇਸ਼ ਦੇ ਜਿਹੜੇ ਅੰਗਰੇਜ਼ਾਂ ਦੇ ਖਿਲਾਫ? ਸਭ ਤੋਂ ਜ਼ਿਆਦਾ ਉਜਾੜਾ ਪੰਜਾਬੀਆਂ ਦਾ ਹੋਇਆ ਪਾਕਿਸਤਾਨ ਤੋਂ ਉੱਜੜ ਕੇ, ਜਦੋਂ ਇੰਡੀਆ ਦੀ ਸਪੋਰਟ ਕੀਤੀ। ਇੱਥੇ ਆਣ ਕੇ ਅਨਾਜ ਦੇ ਭੰਡਾਰ ਭਰੇ, ਆਪ ਭੁੱਖੇ ਸੌਂਦੇ ਨੇ ਕਿਸਾਨ, 1 ਲੱਖ ਕਰੋੜ ਦੇ ਕਰਜ਼ਈ ਮਰ ਚੱਲੇ ਨੇ, ਸੁਸਾਈਡ ਹੋ ਰਹੀਆਂ ਨੇ, ਲੇਕਿਨ ਦੇਸ਼ ਦਾ ਅਨਾਜ ਦਾ ਭੰਡਾਰ ਭਰਿਆ। ਬਾਰਡਰਾਂ ਤੇ ਰਾਖੀ ਕੀਤੀ। ਕਿਹੜੀ ਲੜਾਈ ਵਿੱਚ ਪੰਜਾਬੀਆਂ ਤੇ ਸਿੱਖਾਂ ਨੇ ਘੱਟ ਕੀਤੀ, ਦੱਸੋ ਜ਼ਰਾ? ਚੀਨ ਦੇ ਐਗਰੈਸ਼ਨ 1965 ਵਾਲੇ 'ਚ ਜਾਂ 71 ਦੀ ਜੰਗ ਪਾਕਿਸਤਾਨ ਵਾਲੀ, ਉਹਦੇ ਘੱਟ ਕੀਤੀ? ਕੋਈ ਘੱਟ ਸ਼ਹਾਦਤਾਂ ਦਿੱਤੀਆਂ? ਹੁਣੇ ਚਾਈਨਾ ਦੇ ਨਾਲ ਤਕਰਾਰ ਹੋਇਆ, 20 ਨੌਜਵਾਨ ਫੌਜੀ ਮਾਰੇ ਗਏ, 4 ਤਾਂ ਇਕੱਲੇ ਪੰਜਾਬ ਦੇ ਹੀ ਸੀਗੇ। ਹੈ ਤਾਂ ਅਸੀਂ 2% ਹੀ ਆ, ਕੁਰਬਾਨੀ ਹੁਣ ਤਾਜ਼ੀ 20% ਦਿੱਤੀ, ਫਿਰ ਵੀ ਸਾਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣਾ ਪੈ ਰਿਹਾ ਵਾ ਕਿ ਤੁਸੀਂ ਵੱਖਵਾਦੀ ਹੋ, ਤੁਸੀਂ ਖਾਲਿਸਤਾਨ ਦੀਆਂ ਸਪੋਰਟ ਕਰਦੇ ਹੋ। ਮੈਂ ਦੁਬਾਰਾ ਕੈਟੇਗੋਰਿਕਲੀ ਕਹਿ ਰਿਹਾ, ਅਸੀਂ ਇਸ ਦੇਸ਼ ਦੇ ਕਨਸਟੀਟਿਊਸ਼ਨ ਦੇ ਵਿੱਚ ਰਹਿ ਕੇ ਲੜਾਈ ਲੜ ਰਹੇ ਹਾਂ, ਚਾਹੇ ਉਹ ਹਿਊਮਨ ਰਾਈਟਸ ਦੀ ਲੜਾਈ ਹੈ, ਚਾਹੇ ਉਹ ਪੰਜਾਬ ਦੇ ਹਕੂਕ ਦੀ ਲੜਾਈ ਹੈ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੜਾਈ ਹੈ। ਇਹਦੇ 'ਚ ਕੀ ਗਲਤ ਹੈਗਾ, ਮੈਨੂੰ ਸਮਝਾ ਦਿਓ। ਤੇ ਜਿਹੜੇ ਲੋਕ ਮੈਂ ਦੱਸਿਆ ਤੁਹਾਨੂੰ ਕਿ ਉਹ ਅਸਲ ਕੱਟੜਵਾਦੀ ਤੇ ਵੱਖਵਾਦੀ ਨਾਅਰੇ ਲਾਉਂਦੇ ਨੇ ਤੇ ਮਾਈਨੋਰਿਟੀਜ਼ ਦੇ ਹਕੂਕ ਨੂੰ ਸ਼ਰੇਆਮ ਡਾਕਾ ਮਾਰਦੇ ਨੇ, ਉਹਨਾਂ ਦੇ ਤਾਂ ਕੋਈ ਆਪਾਂ ਨਹੀਂ ਲੱਗਦੀ ਜੀ ਕਦੇ ਇਸ ਦੇਸ਼ ਵਿੱਚ। ਹੁਣ 2 ਗੱਲਾਂ ਹੋਰ ਮੈਨੇ ਲਾਸਟ 'ਚ ਕਹਿਣੀਆਂ। ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬਹੁਤ ਅਫਸੋਸ ਹੈ। ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਹਰਸਿਮਰਤ ਕੌਰ ਬੜੇ ਵੱਡੀਆਂ ਬਿਆਨ ਦਿੰਦੇ ਬਈ, ਬਹੁਤ ਰੋਜ਼ ਤੀਜੇ ਦਿਨ ਪ੍ਰੈਸ ਕਾਨਫਰੰਸ। ਜੋ ਆਪਾਂ ਤੇ ਨਹੀਂ ਤੁਸੀਂ ਬੋਲੇ ਜੀ, ਉਹਦਾ ਤੁਸੀਂ ਕਹਿੰਦੇ ਕਿ ਅਸੀਂ ਸਿੱਖਾਂ ਦੀ ਜਮਾਤ ਹੈ। ਅਸੀਂ ਤਾਂ ਹੀ ਪੰਥਕ ਪਾਰਟੀਆਂ, ਸਿੱਖ ਦਾ ਇਹਨਾਂ ਸਿੱਖਾਂ ਦੀ ਗੱਲ ਕਹਿਣ ਤਾਂ ਹੋਰ ਕੋਈ ਕਿਸੇ ਨੂੰ ਅਧਿਕਾਰ ਹੀ ਨਹੀਂਗਾ।
ਇੱਕ ਲਫ਼ਜ਼ ਨਹੀਂ ਬੋਲੇ ਯੂਆਪਾ ਦੇ ਦੁਰਉਪਯੋਗ ਦੇ ਉੱਤੇ। ਸਾਰੇ ਪੰਜਾਬ ਦੇ ਨੌਜਵਾਨ ਫਸਾਏ ਨੇ, ਸਿੱਖੀ ਫਸੇ ਨੇ, ਦਲਿਤ ਫਸੇ ਨੇ, ਗਰੀਬ ਫਸੇ ਨੇ। ਸਾਡਾ ਤਾਂ ਏਜੰਡਾ ਹੀ ਨਹੀਂ ਸੀਗਾ, ਮੇਰਾ ਤਾਂ ਕੰਮ ਹੀ ਨਹੀਂ ਗਾ ਇਹ ਜੀ। ਮੇਰਾ ਤਾਂ ਕੰਮ ਮੇਰੇ ਹਲਕੇ ਦਾ ਜਦੋਂ ਜੋਗਿੰਦਰ ਸਿੰਘ ਗੁੱਜਰ ਨੂੰ ਫਸਾਇਆ ਗਿਆ, ਮੈਂ ਤਾਂ ਉੱਥੋਂ ਸਟਾਰਟ ਕੀਤਾ ਵਾ। ਤੇ ਅਸਲ ਕੰਮ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਜੇ ਉਹ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਸਿੱਖਾਂ ਦੇ ਨੁਮਾਇੰਦੇ ਆ, ਇਹ ਉਹਨਾਂ ਦਾ ਅਧਿਕਾਰ ਖੇਤਰ ਸੀਗਾ, ਨਹੀਂ ਕੀਤਾ ਉਹਨਾਂ ਨੇ। ਦੂਜਾ ਮੇਰਾ ਅਫਸੋਸ ਆਮ ਆਦਮੀ ਪਾਰਟੀ ਨਾਲ ਵੀ, ਉਹਦਾ ਤਾਂ ਤੁਸੀਂ ਕਹਿੰਦੇ ਕਿ ਅਸੀਂ ਬਹੁਤ ਦਿੱਲੀ ਮਾਡਲ ਔਰ ਜਿਹੜਾ ਲੀਡਰ ਆਫ ਆਪੋਜੀਸ਼ਨ ਬਣਾਇਆ ਸੀਗਾ, ਜਦੋਂ ਕਿਉਂ ਬਣਾਇਆ ਸੀਗਾ ਕਿ ਜੀ ਇਹ ਦਲਿਤਾਂ ਦੀ ਗੱਲ ਆਵਾਜ਼ ਬਣੇਗਾ। ਤੇ ਆ ਦਲਿਤ ਫਸੇ ਨੇ ਸਾਰੇ, ਆ ਜਿਹੜੇ ਬੱਚੇ ਨੇ ਆ ਦਲਿਤ ਹੀ ਹੈ ਜਿਹੜੇ ਬਣੇ ਨੇ ਲੀਡਰ ਸਾਹਿਬ, ਆ ਦਲਿਤ ਨੇ ਦੋਨੋਂ। ਜਿਹੜੀ ਲੋਕ ਕਚਹਿਰੀ 'ਚ ਅਸੀਂ ਅੱਜ ਵੀ ਚੱਲੇ ਆ, 1 ਮਿੰਟ ਦਿਖਾ ਲੈਣ ਚੰਗੀ ਤਰ੍ਹਾਂ। ਆ ਦਲਿਤ ਹੈ ਹਾਂ ਸੀ ਸੌਰੀ ਆ ਦਲਿਤ ਅੰਮ੍ਰਿਤਪਾਲ ਪਿੰਡ ਅਚਾਨਕ, ਜਿੱਥੋਂ ਦੇ ਲੀਡਰ ਸਾਹਿਬ ਨੇ ਉਹਨਾਂ ਦੇ ਲਾਗੇ ਹੀ ਆ, ਔਰ ਜਿੱਥੋਂ ਦੇ ਐਮਐਲਏ ਸਾਹਿਬ ਨੇ ਆਮ ਆਦਮੀ ਪਾਰਟੀ ਤੋਂ, ਉਹਨਾਂ ਦੇ ਹਲਕੇ 'ਚ ਹੀ ਆ। ਬੁਢਲਾਡਾ ਆਮ ਆਦਮੀ ਪਾਰਟੀ ਦਾ ਐਮਐਲਏ ਨੇ, ਦਲਿਤ ਨਹੀਂ ਐਮਐਲਏ। ਆ ਮੁੰਡਾ ਵੀ ਦਲਿਤ ਆ, ਤੇ ਦਲਿਤਾਂ ਲਈ ਤਾਂ ਕਦੀ ਆਪਾਂ ਬੋਲੇ ਨਹੀਂ। ਆ ਵੀ ਮੁੰਡਾ ਦਲਿਤ ਆ। ਲੀਡਰ ਸਾਹਿਬ ਭਗਵੰਤ ਮਾਨ ਜੀ, ਤੁਹਾਡੇ ਲੀਡਰ ਨੇ ਕਿਹਾ ਸੀ ਨਾ ਕਿ ਦਲਿਤਾਂ ਦੀ ਆਵਾਜ਼ ਬਣਾਉਣ ਵਾਸਤੇ ਅਸੀਂ ਦਲਿਤਾਂ ਦੇ ਮੁਦਈ ਬਣ ਕੇ ਉਹਨਾਂ ਦੇ ਘਰਾਂ ਤੱਕ ਪਹੁੰਚੇ, ਔਰ ਇਹ ਲੜਾਈ ਅੱਗੇ ਜਾਰੀ ਰਹੇਗੀ, ਇਹ ਬੰਦ ਨਹੀਂ ਹੋਵੇਗੀ। ਮੈਨੂੰ ਪਤਾ ਵਾ ਇਹ ਬਹੁਤ ਵੱਡਾ ਕਾਲਾ ਕਾਨੂੰਨ ਆ, ਇਹਦੇ 'ਚ ਲੀਗਲ ਤੌਰ ਤੇ ਲੜਨਾ ਬਹੁਤ ਮੁਸ਼ਕਿਲ ਹੈ। ਆ ਜਿੰਨੇ ਬੱਚੇ ਫਸੇ ਨੇ, ਔਰ ਇਸ FIR 144 'ਚ ਇੱਕ ਬੱਚਾ ਲੱਭ ਹੀ ਨਹੀਂ ਰਿਹਾ, ਉਹਦੇ ਪੇਰੈਂਟਸ ਹੀ ਨਹੀਂ ਲੱਭ ਰਹੇ। ਤੁਸੀਂ ਅੰਦਾਜ਼ਾ ਲਾ ਲਓ ਕਿੱਡੇ ਕਮਜ਼ੋਰ ਹੋਣਗੇ, ਕਿੰਨੇ ਵਿਚਾਰੇ ਗਰੀਬ ਹੋਣਗੇ। ਇੰਨਾ ਸ਼ੋਰ ਮਚਣ ਤੋਂ ਬਾਅਦ ਵੀ ਇੱਕ ਗੈਵੀ ਮੁੰਡਾ ਨਵਾਂ ਸ਼ਹਿਰ ਦਾ, ਕਿਉਂਕਿ FIR ਵਿੱਚ ਸਿਰਫ ਜ਼ਿਕਰ ਹੀ ਉਹਦਾ ਗੈਵੀ ਕੀਤਾ ਵਾ, ਉਹਦਾ ਨਾਮ ਹੀ ਨਹੀਂ ਕੋਈ ਹੋਰ ਲਿਖਿਆ। ਮੇਰੇ ਕੋਲ ਸਾਰੇ ਡਾਕੂਮੈਂਟਸ ਨੇ, ਮੈਂ ਤੁਹਾਨੂੰ ਦਿਖਾਉਣਾ। ਆ FIR ਹੈ, ਐਵੇਂ ਨਹੀਂ ਗੱਲ ਕਰ ਰਿਹਾ ਮੈਂ ਕੁਝ ਵੀ। ਇਹਦੇ ਵਿੱਚ ਜਿਹੜਾ ਜ਼ਿਕਰ ਕੀਤਾ ਗੁਨਾਹਗਾਰਾਂ ਦਾ, ਦੇਖੋ ਪੁਲਿਸ ਕਿੰਨਾ ਕਰਦੀ ਆ। ਅਗਰ ਤੁਸੀਂ ਇਹ ਕਾਲਮ ਜਿਹੜੀ ਆ ਕਾਲਮ ਹੈ, ਇਹਦੇ ਤੇ ਨਿਗਾਹ ਮਾਰੋਗੇ, ਇਹਦੇ 'ਚ ਜਿਹੜਾ ਗੈਵੀ ਆ ਉਹਦਾ ਸਿਰਫ ਇੰਨਾ ਲਿਖਿਆ, ਗੈਵੀ ਨਵਾਂ ਸ਼ਹਿਰ, ਜਸ ਬਟਾਲਾ। ਇਹ ਜਸ ਬਟਾਲਾ ਨਹੀਂ ਸੀਗਾ, ਇਹ ਅਲਟੀਮੇਟਲੀ ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਬੋੜੇਵਾਲ ਅਫਗਾਨਾ ਹਲਕਾ ਮਜੀਠਾ ਵਿੱਚੋਂ ਨਿਕਲਿਆ। ਕਿੰਨਾ ਸਰਸਰੀ ਪਰਚੇ ਦਰਜ ਹੋ ਰਹੇ ਨੇ। ਉਸ ਬੱਚਿਆਂ ਦਾ ਪ੍ਰੋਪਰ ਨਾਮ, ਪਤਾ, ਐਡਰੈਸ, ਪਿਓ ਦਾ ਨਾਮ ਕੁਝ ਨਹੀਂ ਦੇ ਰਹੀ ਪੁਲਿਸ। ਪਰਚੇ ਤੇ ਪਰਚਾ ਦਰਜ ਦੱਬੀ ਤੁਰੀ ਆਉਂਦੀ ਹੈ। ਇਸ ਲਈ ਮੇਰੇ ਵੀਰੋ ਭੈਣੋ, ਸਤਿਕਾਰਯੋਗ ਸਾਰੇ ਵੀਰਾਂ ਨੂੰ ਮੇਰੀ ਅਪੀਲ, ਸਾਰੇ ਵਰਗਾਂ ਨੂੰ ਅਪੀਲ ਹੈ, ਮੇਰੀ ਤੁਹਾਡੇ ਨਾਲ ਕਮਿਟਮੈਂਟ ਹੈ ਕਿ ਪਰਮਾਤਮਾ ਨਾ ਕਰੇ ਕਿਸੇ ਹੋਰ ਦੇ ਨਾਲ ਇਦਾਂ ਦੀ ਬੇਇਨਸਾਫੀ, ਕਿਸੇ ਮੁਸਲਮਾਨ ਨਾਲ ਹੋਵੇ, ਕਿਸੇ ਈਸਾਈ ਨਾਲ ਹੋਵੇ, ਕਿਸੇ ਹਿੰਦੂ ਦੇ ਨਾਲ ਹੋਵੇ, ਕਿਸੇ ਦਲਿਤ ਨਾਲ ਹੋਵੇ। ਅਸੀਂ ਉਹਨਾਂ ਦੀ ਇਮਦਾਦ ਲਈ ਖੜੇ ਹੋਵਾਂਗੇ, ਆਵਾਜ਼ ਬਣਾਂਗੇ। ਅਗਰ ਉਹ ਨਿਰਦੋਸ਼ ਨੇ, ਅਗਰ ਉਹ ਬੇਗੁਨਾਹ ਨੇ, ਅਗਰ ਉਹਨਾਂ ਨੂੰ ਵਿਕਟਮਾਈਜ਼ ਕੀਤਾ ਜਾ ਰਿਹਾ, ਅਗਰ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ, ਸਭ ਲਈ ਲੜਾਂਗੇ। ਸੋ ਇਸ ਲਈ ਇੱਕ ਤਾਂ ਜਿਹੜੇ ਲੋਕ ਸਾਨੂੰ ਗਰਦਾਨ ਰਹੇ ਨੇ ਕਿ ਜੀ ਇਹ ਵੱਖਵਾਦੀ ਨੇ, ਅੱਤਵਾਦੀ ਨੇ, ਕਿਰਪਾ ਕਰਕੇ ਆਪਣੀ ਨਾ ਗੁਰੇਜ਼ ਕਰੋ। ਪਹਿਲਾਂ ਇਸ਼ੂ ਦੀ ਅਹਿਮੀਅਤ ਤੇ ਉਹਦੀ ਡੂੰਘਾਈ ਸਮਝੋ, ਫਿਰ ਇਲਜ਼ਾਮ ਲਾਓ। ਔਰ ਕੈਪਟਨ ਸਾਹਿਬ ਨੂੰ ਮੈਂ ਇੱਕ ਹੋਰ ਦਿਖਾਉਣਾ। ਆਨਾ ਇੱਕ ਆਰਟੀਕਲ ਲਿਆ ਹੁਣੇ 30 ਜੂਨ 2020, ਪੁਰਾਣਾ ਨਹੀਂਗਾ। ਅੱਜ ਡੇਟ ਹੋ ਗਈ ਜੀ ਕਿੰਨੀ, 15 ਜੀ 16 ਦਿਨ ਪੁਰਾਣਾ ਆਰਟੀਕਲ ਲਿਖਿਆ। ਇਹ ਮੈਂ ਨਹੀਂ ਲਿਖਿਆ, ਇਹ ਕਪਿਲ ਸਿੱਬਲ ਨੇ ਲਿਖਿਆ, ਕੈਪਟਨ ਸਾਹਿਬ ਜਿਹੜੇ ਉਹਦੇ ਕਾਂਗਰਸ ਦੇ ਫਾਰਮਰ ਯੂਨੀਅਨ ਮਿਨਿਸਟਰ ਨੇ ਔਰ ਸੁਪਰੀਮ ਕੋਰਟ ਦੇ ਸਭ ਤੋਂ ਵੱਡੇ ਮਹਿੰਗੇ ਵਕੀਲ ਨੇ। ਉਹਨਾਂ ਨੇ ਯੂਆਪਾ ਨੂੰ ਇੱਕ ਕਾਲਾ ਕਾਨੂੰਨ ਕਰਾਰ ਦਿੱਤਾ, ਓਪਰੈਸਿਵ ਮਤਲਬ ਲੋਕਾਂ ਦੀ ਆਵਾਜ਼ ਦਬਾਉਣ ਵਾਲਾ। ਔਰ ਫਿਰ ਉਹਨਾਂ ਨੇ ਇਹਦੇ ਵਿੱਚ ਕਾਫੀ ਲੋਕਾਂ ਦਾ ਜ਼ਿਕਰ ਕੀਤਾ, ਵੈਸੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ। ਉਹਦੇ 'ਚ ਅੰਬੇਦਕਰ ਸਾਹਿਬ ਦੇ ਪੋਤੇ ਦੇ ਵੀ ਪਰਚਾ ਦਰਜ ਹੋਇਆ, ਉਹਨਾਂ ਦਾ ਨਾਮ ਮੈਂ ਪੂਰਾ ਸਪੈਲ ਨਹੀਂ ਕਰ ਸਕਦਾ, ਆਨੰਦ ਤਿਲ ਤੁੰਬੜੇ, ਗੌਤਮ ਨਵਲਖਾ। ਇਹ ਦਲਿਤਾਂ ਤੇ ਆਦੀਵਾਸੀਆਂ ਦਾ ਕੰਮ ਕਰਦੇ। ਕਪਿਲ ਸਿੱਬਲ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ ਕਿ ਇਹ ਬੇਗੁਨਾਹ ਨੇ ਤੇ ਇਹਨਾਂ ਤੇ ਯੂਆਪਾ ਦਾ ਪਰਚਾ ਗਲਤ ਹੋਇਆ ਵਾ। ਫਿਰ ਅੱਗੇ ਅਖਿਲ ਗੋਗੋਈ, RTI ਐਕਟਿਵਿਸਟ, ਸਫੂਰਾ ਜਰਗਰ, ਰਿਸਰਚ ਸਕਾਲਰ, ਜਾਮੀਆ ਮਿਲਿਆ ਤੋਂ, ਉਹਨਾਂ ਦੇ ਨਾਮ ਦੂਜਿਆਂ ਦੇ ਮੈਂ ਪਹਿਲਾਂ ਕਰ ਦਿੱਤੇ ਆ। ਮਸਰਤ ਜਹਾਰਾ, 26 year old ਇੰਟਰਨੈਸ਼ਨਲੀ ਅਕਲੇਮਡ ਫੋਟੋ ਜਰਨਲਿਸਟ। ਉਮਾਰ ਖਾਲਿਦ, ਜਿਹੜੇ ਦਿੱਲੀ CA ਦੇ ਸ਼ਹੀਨ ਬਾਗ ਦੇ ਵਿੱਚ ਕਰਦੇ ਸੀ, ਸਿਰਫ ਸਪੀਚ ਕਰਦੇ ਸੀਗੇ। ਗੋਹਾਰ ਗਿਲਾਨੀ, ਕਸ਼ਮੀਰੀ ਆਥਰ ਐਂਡ ਜਰਨਲਿਸਟ। ਮਤਲਬ ਅੱਜ ਦੇਸ਼ ਦੇ ਵਿੱਚ ਸਾਡਾ ਫੰਡਾਮੈਂਟਲ ਅਧਿਕਾਰ ਆ ਕਿ ਅਸੀਂ ਫਰੀडम ਟੂ ਸਪੀਚ ਐਂਡ ਫਰੀडम ਟੂ ਐਕਸਪ੍ਰੈਸ਼ਨ ਕਰ ਸਕਦੇ।
ਇਹਦੇ ਤੇ ਵੀ ਡਾਕਾ ਵੱਜ ਰਿਹਾ ਬੋਲਣ ਦੇ ਉੱਤੇ ਵੀ। ਔਰ ਨੌਜਵਾਨਾਂ ਨੂੰ ਜਿਹੜੀ ਪੁਲਿਸ ਹੈਗੀ ਆ, ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹਰ ਪੁਲਿਸ ਸਟੇਸ਼ਨ 100 ਤੋਂ ਲੈ ਕੇ 150 ਨੌਜਵਾਨ ਦਾ ਇੱਕ ਲਿਸਟ ਤਿਆਰ ਕੀਤੀ ਗਈ ਆ, ਜਿਨ੍ਹਾਂ ਨੇ 2020 ਰੈਫਰੈਂਡਮ ਦੀ ਮਾੜੀ ਜੀ ਕੋਈ ਪੋਸਟ ਲਾਈਕ ਕਰਤੀ, ਕੋਈ ਸ਼ੇਅਰ ਕਰਤੀ, ਕੋਈ ਕਮੈਂਟ ਕਰਤਾ। ਇਹ ਗੁਨਾਹ ਵਾ, ਇਹ ਯੂਆਪਾ ਦਾ ਗੁਨਾਹ ਬਣਦਾ ਵਾ। ਸਾਰਿਆਂ ਨੂੰ ਥਾਣਿਆਂ ਵਿੱਚ ਬੁਲਾ ਕੇ ਲੜਕੀਆਂ ਨੂੰ ਉਹਨਾਂ ਦੇ ਫਿੰਗਰਪ੍ਰਿੰਟਸ ਲਏ ਜਾ ਰਹੇ ਨੇ, ਉਹਨਾਂ ਦੀਆਂ ਪਾਸਪੋਰਟ ਡਿਟੇਲਸ, ਆਧਾਰ ਕਾਰਡ ਡਿਟੇਲਸ, ਸਾਰੇ ਟੱਬਰ ਦੀਆਂ ਡਿਟੇਲਸ। ਇਹ ਤਾਂ ਤੁਸੀਂ ਬਹੁਤ ਭੈ ਦਾ ਮਾਹੌਲ ਪੈਦਾ ਕਰ ਰਹੇ ਹੋ ਡੀਜੀਪੀ ਦਿਨਕਰ ਗੁਪਤਾ ਜੀ। ਤੁਸੀਂ ਤਾਂ ਲੋਕਾਂ ਨੂੰ ਜੋ ਤਸ਼ੱਦਦ ਤੁਸੀਂ ਢਾ ਰਹੇ ਹੋ ਨਾ, ਇਦਾਂ ਬਣਦੇ ਨੇ ਅੱਤਵਾਦੀ। ਵੈਸੇ ਤਾਂ ਲਾਅ ਅਬਾਈਡਿੰਗ ਨਹੀਂ ਸਾਰੇ, ਤੁਸੀਂ ਉਹਨਾਂ ਨੂੰ ਬਣਾਉਣ ਦੇ ਰਾਹ ਦੇ ਉੱਤੇ ਤੁਰੇ ਹੋਏ ਹੋ। ਔਰ ਮੇਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਹੈ ਕਿ ਕਪਿਲ ਸਿੱਬਲ ਤੇ ਕਾਂਗਰਸ ਦਾ ਯੂਆਪਾ ਦਾ ਵਿਰੋਧ ਕਰਦੀ ਸਾਰੇ ਦੇਸ਼ ਵਿੱਚ, ਤੇ ਤੁਸੀਂ ਇੱਥੇ 47 ਮੁਕੱਦਮੇ ਦਰਜ ਕਰਤੇ ਤੇ 3 ਸਾਲਾਂ ਦੇ ਵਿੱਚ। ਇਦਾਂ ਤਾਂ ਨਾ ਕਰੋ, ਘੱਟੋ ਘੱਟ ਆਪਣੀ ਪਾਰਟੀ ਦੀ ਆਵਾਜ਼ ਹੀ ਸੁਣ ਲਓ। ਮਤਲਬ ਯੂਆਪਾ ਸਾਰੇ ਦੇਸ਼ ਵਿੱਚ ਕਾਂਗਰਸ ਲਈ ਮਾੜਾ ਵਾ ਤੇ ਪੰਜਾਬ ਦੇ ਵਿੱਚ ਬਿਲਕੁਲ ਜਸਟੀਫਾਈਡ ਹੈ। ਅਨਐਕਸੈਪਟੇਬਲ ਹੈ। ਔਰ ਦਿਨਕਰ ਗੁਪਤਾ ਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ, ਤੁਸੀਂ ਸਟੇਟਮੈਂਟ ਦਿੱਤੀ ਸੀਗੀ ਕਿ ਪਾਕਿਸਤਾਨ ਜਿਹੜੇ ਸ਼ਰਧਾਲੂ ਜਾਂਦੇ ਨੇ ਕਰਤਾਰਪੁਰ ਸਾਹਿਬ ਕੋਰੀਡੋਰ, ਉਹ 6 ਘੰਟਿਆਂ 'ਚ ਉੱਥੋਂ ਅੱਤਵਾਦੀ ਬਣ ਕੇ ਆ ਜਾਂਦੇ ਨੇ। ਤੁਹਾਡੇ ਮਨ 'ਚ ਤਾਂ ਪਹਿਲਾਂ ਹੀ ਗੱਲ ਕੀੜਾ ਫਸਿਆ ਕਿ ਸਾਰੇ ਸਿੱਖ ਹੈ ਹੀ ਅੱਤਵਾਦੀ ਨੇ। ਸਾਰੀ ਕੌਮ ਨੂੰ ਬਦਨਾਮ ਨਾ ਕਰੋ ਇਸ ਤਰ੍ਹਾਂ ਨਾਲ। ਆਪਣੇ ਐਟੀਟਿਊਡ ਨੂੰ ਸੁਧਾਰੋ, ਬੀ ਮੋਰ ਲਿਬਰਲ, ਬੀ ਮੋਰ ਸੈਕੂਲਰ ਇਨ ਨੇਚਰ। ਸਿਰਫ ਆਪਣੀ ਪ੍ਰੈਸ ਰਿਲੀਜ਼ ਲਿਖ ਦੇਣਾ ਕਿ ਅਸੀਂ ਕਮਿਊਨਲ ਹਾਰਮਨੀ ਡਿਸਟਰਬ ਨਹੀਂ ਹੋਣ ਦਿਆਂਗੇ, ਲਿਖਣ ਨਾਲ ਤਾਂ ਨਹੀਂ ਡਿਸਟਰਬ ਹੁੰਦੀ, ਕਰਨ ਨਾਲ ਹੋ ਰਹੀ ਆ। ਔਰ ਤੁਸੀਂ ਇੱਕ ਪਾੜਾ ਪਾ ਰਹੇ ਹੋ ਜਾਣਬੁੱਝ ਕੇ ਸਿੱਖਾਂ ਤੇ ਹਿੰਦੂਆਂ ਦੇ ਵਿੱਚ। ਡਾਕਟਰ ਗਾਂਧੀ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਤੁਹਾਨੂੰ ਸਮਝਾਇਆ ਸਾਰਾ। ਇਹ ਇੱਕ ਕਿੰਨੀ ਮਿੱਥੀ ਸਾਜ਼ਿਸ਼ ਦੇ ਤਹਿਤ ਤੁਸੀਂ ਸਾਰਾ ਕੁਝ ਕਰ ਰਹੇ ਹੋ। ਤੁਹਾਡਾ ਕੰਮ ਹੈ, ਡੀਜੀਪੀ ਪੰਜਾਬ ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ, ਪੋਲਿਟਿਕਸ ਕਰਨਾ ਨਹੀਂਗਾ, ਪ੍ਰੈਸ ਰਿਲੀਜ਼ਾਂ ਦੇਣਾ ਨਹੀਂਗਾ, ਕੌਣ ਕੀ ਕਰ ਰਿਹਾ ਤੁਸੀਂ ਪਤਾ ਮੈਨੂੰ ਸਾਰਾ ਕੁਝ। ਜਿੱਥੋਂ ਤੁਸੀਂ ਪਰਚੇ ਦਰਜ ਕਰਾ ਰਹੇ ਹੋ, ਇੱਕ ਦਲਿਤ ਸੁਰੱਖਿਆ ਸੈਨਾ ਹੈ ਅੰਮ੍ਰਿਤਸਰ, ਜੋ ਵੇਰਕਾ ਸਾਹਿਬ ਦੀ ਜਥੇਬੰਦੀ ਕਾਂਗਰਸ ਦੇ ਲੀਡਰ ਦੀ, ਉਹਨਾਂ ਤੋਂ ਪਰਚਾ ਦਰਜ ਕਰਾਤਾ ਇੱਕ ਯੂਆਪਾ 'ਚ। ਬਾਕੀ 16 ਚੋਂ 15 FIR ਪੁਲਿਸ ਨੇ ਦਰਜ ਕੀਤੀਆਂ ਤੇ 16ਵੀਂ ਇੱਕ ਦਲਿਤ ਆਰਗੇਨਾਈਜੇਸ਼ਨ ਤੋਂ ਤੇ ਦਲਿਤਾਂ ਤੇ ਅਤਿਆਚਾਰ ਕਰ ਰਹੇ ਨੇ। ਮੇਰੇ ਉਹ ਦਲਿਤ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਇਦਾਂ ਇਹਨਾਂ ਦੇ ਹੱਥ ਠੋਕ ਕੇ ਮਤ ਬਣੋ। ਤੁਸੀਂ ਪਹਿਲਾਂ ਇਹ ਦੇਖੋ ਕਿ ਯੂਆਪਾ ਤੁਹਾਡੇ ਤੇ ਮਿਸਯੂਜ਼ ਹੋ ਰਿਹਾ ਵਾ। ਆ ਜਿਹੜੇ ਬੱਚਿਆਂ ਦਾ ਮੈਂ ਜ਼ਿਕਰ ਕਰ ਰਿਹਾ, ਮੋਸਟਲੀ ਦੇਰ ਆਲ ਦਲਿਤਸ, ਦੇਰ ਆਲ ਬਹੁਤ ਗਰੀਬ ਨੇ, ਬਹੁਤ ਕਮਜ਼ੋਰ ਲੋਕ ਨੇ, ਤੇ ਤੁਹਾਨੂੰ ਇਹਨਾਂ ਨੇ ਵਰਤ ਕੇ ਤੁਹਾਡੇ ਕੋਲੋਂ ਇੱਕ ਪਰਚਾ ਯੂਆਪਾ 'ਚ ਦਰਜ ਕਰਾ ਲਿਆ ਤੇ ਪ੍ਰੈਸ ਰਿਲੀਜ਼ ਵਿੱਚ ਲਿਖਿਆ ਜਾਂਦਾ ਡੀਜੀਪੀ ਸਾਹਿਬ ਵੱਲੋਂ ਕਿ ਦਲਿਤਾਂ ਦੇ ਭਾਵਨਾਵਾਂ ਨੂੰ ਬੜੀ ਸੱਟ ਪਹੁੰਚੀ ਤੇ ਅੰਬੇਦਕਰ ਸਾਹਿਬ ਦੇ ਪੋਤੇ ਨੂੰ ਵੀ ਇਹਦੇ 'ਚ ਨਾਮਜ਼ਦ ਕੀਤਾ ਹੋਇਆ। ਮੇਰੇ ਉਹ ਜਿਹੜੇ ਵੀਰ ਸ਼ਿਕਾਇਤ ਕਰਦੇ ਨੇ, ਮੈਨੂੰ ਵੀ ਉਹਨਾਂ ਨੇ ਧਮਕੀਆਂ ਦਿੱਤੀਆਂ ਫੇਸਬੁੱਕ ਦੇ ਉੱਤੇ। ਖੈਰੇ ਨੂੰ ਅਸੀਂ ਦੇਖ ਲਾਂਗੇ, ਖੈਰੇ ਨੂੰ ਅਸੀਂ ਇਹ ਜਾਣਦਾ ਨਹੀਂ ਸਾਡੀ ਸ਼ਕਤੀ। ਮੈਂ ਜਾਣਦਾ ਤੁਹਾਡੀ ਸ਼ਕਤੀ, ਮੈਂ ਅੰਬੇਦਕਰ ਸਾਹਿਬ ਦੀ ਕਦਰ ਕਰਦਾ। ਉਹਨਾਂ ਨੇ ਸੰਵਿਧਾਨ ਬਣਾਇਆ, ਮੈਂ ਸਮੂਹ ਦਲਿਤ ਸਮਾਜ ਦਾ ਸਤਿਕਾਰ ਕਰਦਾ। ਔਰ ਅਸਲ ਵਿੱਚ ਪੰਜਾਬ ਦੇ ਵਿੱਚ ਜਿਹੜਾ ਕੋਈ ਨੌ ਤੇ ਮਾਸ ਦਾ ਰਿਸ਼ਤਾ ਕਹਿੰਦੇ ਨਾ ਬਾਦਲ ਸਾਹਿਬ, ਉਹਨਾਂ ਨੇ ਬੀਜੇਪੀ ਦੇ ਨਾਲ ਬਣਾਇਆ। ਅਸਲ ਰਿਸ਼ਤਾ ਦਲਿਤਾਂ ਦਾ ਤੇ ਕਿਸਾਨਾਂ ਦਾ ਵਾ। ਮੈਨੂੰ ਉਸ ਰਿਸ਼ਤੇ ਬਾਰੇ ਇਲਮ ਆ, ਔਰ ਨਾ ਮੈਂ ਇਦਾਂ ਦੀ ਗਿੱਦੜ ਭੁੱਕਿਆਂ ਤੋਂ ਡਰਨ ਵਾਲਾ ਵਾਂ ਕਿ ਤੁਸੀਂ ਜੀ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ, ਤੁਹਾਨੂੰ ਉਹ ਨਹੀਂ ਕਰਾਂਗੇ। ਨੋ, ਤੁਹਾਨੂੰ ਮਿਸਲੀਡ ਕਰ ਰਹੇ ਹੋ, ਗਵਰਨਮੈਂਟ ਤੁਹਾਨੂੰ ਯੂਜ਼ ਕਰ ਰਹੀ ਹੈ। ਔਰ ਪ੍ਰੈਸ ਰਿਲੀਜ਼ ਵਿੱਚ ਲਿਖਿਆ ਜਾਂਦਾ ਕਿ ਇਹਦੇ ਨਾਲ ਦਲਿਤ ਤੇ ਸਿੱਖ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਮਿਊਨਲ ਹਾਰਮਨੀ ਡਿਸਟਰਬ ਹੋਵੇਗੀ। ਜਦੋਂ ਦਲਿਤਾਂ ਤੇ ਤੁਸੀਂ ਪਰਚੇ ਕਰਦੇ ਹੋ, ਬੇਗੁਨਾਹ ਸਿੱਖਾਂ ਦੇ ਉੱਤੇ ਪਰਚੇ ਦਰਜ ਕਰਦੇ ਹੋ, ਉਦੋਂ ਕਮਿਊਨਲ ਹਾਰਮਨੀ, ਸਟੇਟ ਦਾ ਵਾਤਾਵਰਣ ਜਿਹੜਾ ਡਿਸਟਰਬ ਹੁੰਦਾ। ਇਹ ਮੇਰੇ ਬਿਲਕੁਲ ਮਨੋ ਦਿਲੋਂ ਵਿਚਾਰ ਅੱਜ ਮੈਂ ਤੁਹਾਡੇ ਸਾਹਮਣੇ ਰੱਖੇ ਨੇ। 2 ਕਚਹਿਰੀਆਂ 'ਚ ਚੱਲਿਆ ਵਾਂ, ਤੁਹਾਨੂੰ ਬੇਨਤੀ ਕਿ ਨਾਲ ਜੁੜਨਾ ਜ਼ਰੂਰ ਤੁਸੀਂ ਸਾਰੇ। ਮੈਨੂੰ ਪਤਾ ਤੁਸੀਂ ਸਾਰੇ ਖਾਸ ਤੌਰ ਤੇ ਜਿਹੜੇ ਵਰਲਡ ਵਾਈਡ ਪੰਜਾਬੀ ਟਾਈਮਿੰਗਸ ਗਲਤ ਹੁੰਦੀਆਂ, ਬਟ ਸਾਡੀ ਵੀ ਮਜਬੂਰੀ, ਅਸੀਂ ਜਾਣਾ ਆਉਣਾ, ਕੋਵਿਡ-19 ਦੀ ਮੁਸ਼ਕਲਾਤਾਂ ਨੂੰ ਵੀ ਮੱਦੇਨਜ਼ਰ ਰੱਖ ਕੇ 2 ਕਚਹਿਰੀਆਂ, ਇੱਕ ਕਚਹਿਰੀ ਲਾਵਾਂਗੇ ਅਸੀਂ 2 ਵਜੇ, ਇੱਕ ਲਾਵਾਂਗੇ 3 ਵਜੇ। ਉਹਦੇ 'ਚ ਵੀ ਸਾਡੇ ਨਾਲ ਸ਼ਾਮਲ ਹੋਣਾ। 2 ਵਜੇ ਦੁਪਹਿਰ ਨੂੰ ਇੱਕ ਕਚਹਿਰੀ ਤੇ 3 ਵਜੇ ਅੱਜ ਹੀ ਦੁਪਹਿਰ ਨੂੰ IST ਇੰਡੀਅਨ ਸਟੈਂਡਰਡ ਟਾਈਮ ਦੇ ਨਾਲ ਕਚਹਿਰੀ ਲੱਗੇਗੀ। ਉਹਦੇ ਵਿੱਚ ਜ਼ਰੂਰ ਸ਼ਾਮਲ ਹੋਣਾ। ਗਰੀਬਾਂ ਦੇ ਆਰਥਿਕ ਹਾਲਤ ਦੇਖ ਲੈਣਾ, ਉਹਨਾਂ ਪਰਿਵਾਰਾਂ ਦੀ ਤੇ ਆਮ ਜਨਤਾ ਦੀ ਗਵਾਹੀ ਜ਼ਰੂਰ ਸੁਣ ਲੈਣਾ। ਔਰ ਫਿਰ ਮੇਰੀ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਸਾਰੀਆਂ FIRs ਰਿਵਿਊ ਕਰੋ। ਜਸਟਿਸ ਮਹਿਤਾਬ ਸਿੰਘ ਗਿੱਲ ਤੁਸੀਂ ਬਣਾਏ ਹੋਏ ਨੇ, ਵੈਂਡੇਟਾ ਕਮਿਸ਼ਨ ਬਣਾਇਆ ਕਾਂਗਰਸ ਨੇ। ਇਹ ਕਿਹਾ ਸੀਗਾ ਜਦੋਂ ਕੈਪਟਨ ਸਾਹਿਬ ਆਪੋਜੀਸ਼ਨ ਸੀ, ਕਹਿੰਦੇ ਸੀਗੇ ਪੰਜਾਬ ਪੁਲਿਸ 20,000 ਝੂਠਾ ਮੁਕੱਦਮਾ ਦਰਜ ਕੀਤਾ ਕਾਂਗਰਸ ਵਾਲਿਆਂ ਨੇ। ਹੁਣ ਉਸੇ ਪੁਲਿਸ ਨੂੰ ਤੁਸੀਂ ਥਾਪੜਾ ਦੇ ਰਹੇ ਹੋ। ਉਦੋਂ ਉਹ ਮਾੜੀ ਸੀ ਸਾਰੀ ਪੰਜਾਬ ਦੀ ਪੁਲਿਸ, ਕਿਉਂਕਿ ਉਹ 20,000 ਝੂਠਾ ਮੁਕੱਦਮਾ, ਜੇ ਤੁਹਾਡੇ 20,000 ਕਾਂਗਰਸੀਆਂ ਤੇ ਝੂਠਾ ਪਰਚਾ ਦਰਜ ਕਰ ਸਕਦੀ ਆ, ਤੇ ਆ ਜਿਹੜੇ ਬੇਗੁਨਾਹ 25-30-40 ਬੰਦੇ ਯੂਆਪਾ ਦੇ ਵਿੱਚ ਇਹਨਾਂ ਤੇ ਝੂਠਾ ਪਰਚਾ ਦਰਜ ਨਹੀਂ ਕਰ ਸਕਦੀ ਪੰਜਾਬ ਪੁਲਿਸ।
ਤੁਸੀਂ ਕਹਿੰਦੇ, ਮੈਂ ਤਾਂ ਨਹੀਂ ਕਹਿੰਦਾ, ਤੁਸੀਂ ਬਦਲਾਖੋਰੀ ਦਾ ਕਮਿਸ਼ਨ ਬਣਾਇਆ, ਉਸੇ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਕੋਲੋਂ ਸਾਡੇ ਇਹਨਾਂ ਮੁਕੱਦਮਿਆਂ ਦੀ ਜਾਂਚ ਕਰਵਾ ਦਿਓ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਸਾਰੀ ਦੁਨੀਆ 'ਚ ਮੈਂ ਜਿਨ੍ਹਾਂ ਲੋਕਾਂ ਨੇ ਸਰਾਹਨਾ ਕੀਤੀ ਹੈ, ਖਾਸ ਤੌਰ ਤੇ ਰਵੀ ਸਿੰਘ ਜੀ ਖਾਲਸਾ ਏਡ ਵਾਲਿਆਂ ਨੇ ਜੋ ਅਲਫਾਜ਼ ਸਾਡੇ ਲਈ ਵਰਤੇ, ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਬਹੁਤ ਸਾਰੀਆਂ ਵਰਲਡ ਵਾਈਡ ਕਮੈਂਟਸ, ਹਜ਼ਾਰਾਂ ਦੀ ਤਾਦਾਦ ਵਿੱਚ ਬਹੁਤ ਸਾਰੇ ਲੋਕਾਂ ਨੇ ਵੀਡੀਓਜ਼ ਪਾਈਆਂ। ਮੈਂ ਉਹਨਾਂ ਸਾਰਿਆਂ ਦਾ ਉਹਨਾਂ ਦੇ ਅੱਗੇ ਸਿਰ ਝੁਕਾਉਣਾ ਵਾ। ਔਰ ਇਸ ਤਰ੍ਹਾਂ ਦੇ ਨਾਲ ਤੁਹਾਡੇ ਇਹਦੇ ਨਾਲ ਸਾਨੂੰ ਹੌਸਲਾ ਅਫਜ਼ਾਈ ਹੁੰਦੀ ਹੈ। ਅਸੀਂ ਲੋਕਾਂ ਦੇ ਮੁੱਦੇ ਜ਼ੋਰ ਸ਼ੋਰ ਦੇ ਨਾਲ ਚੱਕ ਸਕਦੇ ਹਾਂ। ਤਾਂ ਸਾਰੀ ਦੁਨੀਆ 'ਚ ਬੈਠੇ ਪੰਜਾਬੀਆਂ ਦਾ, ਸਾਰੇ ਵਰਗਾਂ ਦੇ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ। ਔਰ ਇਹ ਤੁਹਾਨੂੰ ਇਹੀ ਪ੍ਰੋਮਿਸ ਕਰਦਾ ਕਿ ਇਹ ਟਾਇਰੇਡ, ਇਹ ਸਾਡੀ ਜਿਹੜੀ ਮੁਹਿੰਮ ਹੈ ਯੂਆਪਾ ਦੇ ਕਾਲੇ ਕਾਨੂੰਨ ਦੇ ਖਿਲਾਫ, ਇਹ ਲਗਾਤਾਰ ਚੱਲਦੀ ਰਹੇਗੀ। ਔਰ ਇਸ ਲਈ ਮੈਂ ਕਹਿੰਦਾ ਕਿ ਇੱਕ ਮੁੱਦਾ ਫੜ ਕੇ ਛੱਡ ਨਹੀਂ ਦੇਣਾ ਚਾਹੀਦਾ, ਉਸ ਨੂੰ ਫੜੀ ਰੱਖੋ, ਲੜੀ ਚੱਲੋ। ਉਹ ਪ੍ਰਮਾਤਮਾ ਦੀ ਕਿਰਪਾ ਨਾਲ ਅਖੀਰ ਵਿੱਚ ਅਵਸ਼ ਫਤਿਹ ਮਿਲੇਗੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਜੁੜਨ ਨਾਲ। ਧੰਨਵਾਦ, ਸ਼ੁਕਰੀਆ, ਥੈਂਕ ਯੂ।